परमेश्वर की बाणी के उत्ते थोड़ी देर विचार करांगे। पढ़िए यशायाह नबी की किताब चाली अध्याय ਉਹਦੀ 31 आयत। पर यहोवा दे उड़ीकण वाले नवें सिरियों बल पाउणगे। ਉਹ ਅਕਾਬਾਂ ਵਾਂਗੂ ਖੰਭਾਂ ਉੱਤੇ ਉੱਡਣਗੇ। ਉਹ ਦੌੜਨਗੇ ਤੇ ਨਾ ਥੱਕਣਗੇ। ਉਹ ਫਿਰਨਗੇ ਔਰ ਹੁਸਣਗੇ ਨਹੀਂ। ਹਾਲੇਲੂਇਆ। ਹਾਲੇਲੂਇਆ। ਇੱਥੇ ਲਿਖਿਆ ਹੈ ਕਿ ਯਹੋਵਾ ਨੂੰ ਉਡੀਕਣ ਵਾਲੇ ਨਵੇਂ ਸਿਰਿਓਂ ਬਲ ਪਾਣਗੇ। ਉਹ ਦੌੜਨਗੇ ਪਰ ਥੱਕਣਗੇ ਨਹੀਂ। ਉਹ ਕਾਬਾਂ ਵਾਂਗ ਉੱਡਣਗੇ। ਉਹਨਾਂ ਨੂੰ ਨਵਾਂ ਬਲ ਪ੍ਰਾਪਤ ਹੋਵੇਗਾ। ਜਿਹੜੇ ਲੋਕ ਪਰਮੇਸ਼ਰ ਦੀ ਬੰਦਗੀ ਕਰਦੇ ਆ, ਜਿਹੜੇ ਯਹੋਵਾ ਦੀ ਬੰਦਗੀ ਕਰਦੇ ਆ, ਪਰਮੇਸ਼ਰ ਉਹਨਾਂ ਨੂੰ ਨਵਾਂ ਬਲ ਦੇਗਾ, ਨਵੀਂ ਤਾਕਤ ਦੇਗਾ। ਤੁਹਾਨੂੰ ਪਤਾ ਜਦੋਂ ਅਸੀਂ ਪਰਮੇਸ਼ਰ ਦੀ ਬੰਦਗੀ ਕਰਦੇ ਆ ਤੇ ਬਾਣੀ 'ਚ ਲਿਖਿਆ ਕਿ ਤੁਹਾਡਾ ਵਿਰੋਧੀ ਜਿਹੜਾ ਸ਼ੈਤਾਨ ਹੈ ਉਹ ਬੁੱਕ ਦੇ ਸ਼ੇਰ ਵਾਂਗ ਭਾਲਦਾ ਫਿਰਦਾ ਕਿ ਮੈਂ ਕਿਹਨੂੰ ਪਾੜ ਖਾਵਾਂ। ਜਦੋਂ ਇਹ ਨਵਾਂ ਸਾਲ ਮੇਰੀ ਔਰ ਤੁਹਾਡੀ ਜ਼ਿੰਦਗੀ 'ਚ ਆਇਆ, ਇਸ ਨਵੇਂ ਸਾਲ ਦੇ ਨਾਲ ਇਹ ਨਵਾਂ ਸਾਲ ਬਹੁਤ ਸਾਰੇ ਚੈਲੰਜ ਲੈ ਕੇ ਆਇਆ, ਚੁਣੌਤੀਆਂ ਵੀ ਲੈ ਕੇ ਆਇਆ। ਇਸ ਨਵੇਂ ਸਾਲ ਦੇ ਵਿੱਚ ਜਦੋਂ ਅਸੀਂ ਪ੍ਰਵੇਸ਼ ਤੇ ਕਰ ਲਿਆ, ਲੇਕਿਨ ਜਿਸ ਤਰ੍ਹਾਂ ਅਸੀਂ ਨਵੇਂ ਸਾਲ ਦੀਆਂ ਤਿਆਰੀਆਂ ਕਰ ਲੈਂਦੇ, ਆਪਣੇ ਪਲਾਨ ਬਣਾਉਂਦੇ ਆ ਕਿ ਨਵੀਆਂ ਯੋਜਨਾ ਬਣਾਉਂਦੇ ਆ, ਇਸ ਤਰ੍ਹਾਂ ਸ਼ੈਤਾਨ ਵੀ ਕੀ ਕਰਦਾ, ਉਹ ਵੀ ਪਲੈਨਿੰਗ ਕਰਦਾ ਕਿ ਮੈਂ ਪਰਮੇਸ਼ਰ ਦੇ ਲੋਕਾਂ ਨੂੰ ਕਿਸ ਤਰ੍ਹਾਂ ਮੈਂ ਬਰਬਾਦ ਕਰਨਾ, ਕਿਸ ਤਰ੍ਹਾਂ ਪਰਮੇਸ਼ਰ ਦੇ ਲੋਕਾਂ ਨੂੰ ਮੈਂ ਨਾਸ਼ ਕਰਨਾ। ਜਿਸ ਤਰ੍ਹਾਂ ਤੁਸੀਂ ਪਰਮੇਸ਼ਰ ਦੀ ਬੰਦਗੀ 'ਚ ਅੱਗੇ ਵਧਣਾ ਹੈ, ਤਾਂ ਉਸ ਤਰ੍ਹਾਂ ਸ਼ੈਤਾਨ ਨੇ ਵੀ ਕੀ ਕਰਨਾ ਹੈ, ਬੰਦਗੀ ਤੋਂ ਰੋਕਣ ਦੇ ਵਾਸਤੇ ਉਹਨੇ ਵੀ ਕਈ ਤਿਆਰੀਆਂ ਕੀਤੀਆਂ ਹੋਣੀਆਂ ਨੇ। ਤਾਂ ਸ਼ੈਤਾਨ ਜਿਹੜਾ ਹੈ ਸਾਡਾ ਸਭ ਤੋਂ ਵੱਡਾ ਵੈਰੀ ਹੈ, ਸਭ ਤੋਂ ਸਾਡਾ ਵਿਰੋਧੀ ਹੈ। ਇਸ ਸ਼ੈਤਾਨ ਦੇ ਉੱਤੇ ਫਤਿਹ ਪਾਉਣ ਦੇ ਵਾਸਤੇ ਸਾਨੂੰ ਇੱਕ ਵਾਰੀ ਫੇਰ ਆਪਣੇ ਆਪ ਨੂੰ ਰੀਚਾਰਜ ਕਰਨ ਦੀ ਲੋੜ ਹੈ। ਹਾਲੇਲੂਇਆ। ਸਾਡਾ ਮੋਬਾਈਲ ਜਿਹੜਾ ਨਾ ਦਿਨ ਭਰ ਤੁਸੀਂ ਉਹਦੇ ਨਾਲ ਤੇ ਗੱਲਬਾਤ ਕਰਦੇ ਆ, ਉਹ ਮੋਬਾਈਲ ਜਿਹੜਾ ਬਾਅਦ ਦੇ ਵਿੱਚੋਂ ਡੈਡ ਹੋ ਜਾਂਦਾ, ਫਿਰ ਉਹਨੂੰ ਦੁਬਾਰਾ ਕੀ ਕਰਨਾ ਪੈਂਦਾ, ਚਾਰਜ ਕਰਨਾ ਪੈਂਦਾ ਹੈ। ਸਾਡਾ ਜਿਹੜਾ ਆਤਮਿਕ ਜੀਵਨ ਹੈ ਵੀ ਇਸੇ ਤਰ੍ਹਾਂ ਹੈ। ਆਤਮਿਕ ਜੀਵਨ ਦੇ ਵਿੱਚ ਅਸੀਂ ਰੋਜ਼ ਸ਼ੈਤਾਨ ਨਾਲ ਜੰਗ ਲੜ ਕੇ ਸ਼ੈਤਾਨ ਦੇ ਨਾਲ ਮੁਕਾਬਲਾ ਕਰਦੇ ਕਰਦੇ ਸਾਡੀ ਜਿਹੜੀ ਆਤਮਿਕ ਪਾਵਰ ਜਿਹੜੀ ਉਹ ਘਟਦੀ ਹੈ, ਔਰ ਸਾਨੂੰ ਫਿਰ ਦੁਬਾਰਾ ਆਤਮਿਕ ਬਲ ਜਿਹੜਾ ਨਵੇਂ ਸਿਰੋਂ ਪਾਉਣ ਦੇ ਵਾਸਤੇ ਫਿਰ ਦੁਬਾਰਾ ਚਾਰਜ ਕਰਨਾ ਪੈਂਦਾ ਆਪਣੇ ਆਪ ਨੂੰ। ਕਿਸ ਤਰ੍ਹਾਂ? ਪਰਮੇਸ਼ਰ ਦੇ ਚਰਨਾਂ ਦੇ ਵਿੱਚ ਬੈਠ ਕੇ, ਪਰਮੇਸ਼ਰ ਦੇ ਨਾਲ ਜੁੜ ਕੇ, ਪਰਮੇਸ਼ਰ ਦੇ ਨਾਲ ਆਪਣੇ ਆਤਮਾ ਨੂੰ ਜੋੜ ਕੇ ਫਿਰ ਸਾਨੂੰ ਨਵਾਂ ਚਾਰਜ ਲੈਣਾ ਪੈਂਦਾ ਹੈ। ਪ੍ਰਭੂ ਦੀ ਬਾਣੀ 'ਚ ਅਸੀਂ ਪੜਿਆ ਜਿਹੜੇ ਯਹੋਵਾ ਨੂੰ ਉਡੀਕਣ ਵਾਲੇ ਉਹ ਕੀ ਕਰਨਗੇ, ਨਵੇਂ ਸਿਰੋਂ ਬਲ ਪਾਉਣਗੇ, ਨਵਾਂ ਬਲ ਪਾਉਣਗੇ। ਤਾਂ ਇਸ ਨਵੇਂ ਸਾਲ ਦੇ ਵਿੱਚ ਸਾਨੂੰ ਨਵਾਂ ਬਲ ਜਿਹੜਾ ਹੈ ਇਹਨੂੰ ਦੁਬਾਰਾ ਪਾਉਣ ਦੀ ਲੋੜ ਹੈ, ਕਿਉਂਕਿ ਨਵੇਂ ਸਾਲ ਦੇ ਵਿੱਚ ਬਹੁਤ ਸਾਰੇ ਚੈਲੰਜ ਹੈ, ਬਹੁਤ ਸਾਰੀਆਂ ਚੁਣੌਤੀਆਂ, ਪਹਾੜ ਦੇ ਵਰਗੇ ਇਹਦੇ ਕਠਿਨਾਈਆਂ ਜਿਹੜੀਆਂ ਨੇ ਸਾਡੇ ਸਾਹਮਣੇ ਆਉਣ ਵਾਲੀਆਂ ਨੇ। ਉਹਨਾਂ ਨੂੰ ਅਸੀਂ ਕਿਸ ਤਰ੍ਹਾਂ ਪਾਰ ਕਰਨਾ ਹੈ, ਉਹਨਾਂ ਦੇ ਉੱਤੇ ਅਸੀਂ ਕਿਸ ਤਰ੍ਹਾਂ ਫਤਿਹ ਪਾਣੀ ਹੈ, ਸ਼ੈਤਾਨੀ ਸ਼ਕਤੀਆਂ ਤੇ ਕਿਸ ਤਰ੍ਹਾਂ ਫਤਿਹ ਪਾਣੀ ਹੈ, ਉਹਦੇ ਵਾਸਤੇ ਸਾਨੂੰ ਪਰਮੇਸ਼ਰ ਦੀ ਬਲ ਦੀ ਲੋੜ ਹੈ। ਹਾਲੇਲੂਇਆ। ਸਰੀਰਕ ਬਲ ਦੇ ਨਾਲ ਅਸੀਂ ਸ਼ੈਤਾਨ ਦੇ ਉੱਤੇ ਫਤਿਹ ਨਹੀਂ ਪਾ ਸਕਦੇ। ਸਰੀਰਕ ਬਲ ਨਾਲ ਅਸੀਂ ਸਰੀਰ ਦੇ ਕੰਮ ਕਰ ਸਕਦੇ ਹਾਂ। ਜਿਹੜੀ ਸਾਡੀ ਸ਼ੈਤਾਨ ਨਾਲ ਲੜਾਈ ਹੈ ਉਹ ਆਤਮਿਕ ਲੜਾਈ ਹੈ। ਉਸ ਆਤਮਿਕ ਲੜਾਈ ਦੇ ਵਿੱਚ ਫਤਿਹ ਪਾਉਣ ਵਾਸਤੇ, ਜਿੱਤ ਪਾਉਣ ਵਾਸਤੇ ਸਾਨੂੰ ਆਤਮਿਕ ਬਲ ਚਾਹੀਦਾ ਹੈ। ਉਹ ਆਤਮਿਕ ਬਲ ਜਿਹੜਾ ਜਿੰਨਾ ਵੱਧ ਅਸੀਂ ਪਰਮੇਸ਼ਰ ਦੇ ਚਰਨਾਂ ਤੇ ਗੁਜ਼ਾਰਾਂਗੇ, ਉਹਨਾਂ ਵੱਧ ਸਾਨੂੰ ਪਰਮੇਸ਼ਰ ਦਾ ਵੱਧ ਤੋਂ ਵੱਧ ਆਤਮਿਕ ਬਲ ਪ੍ਰਾਪਤ ਹੋਏਗਾ। ਉਹਦੇ ਨਾਲ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ, ਅਸੀਂ ਆਉਣ ਵਾਲੇ ਮਹੀਨਿਆਂ ਦੇ ਵਿੱਚ ਹਰ ਪ੍ਰਕਾਰ ਦੀ ਸ਼ੈਤਾਨ ਦੀ ਤਾਕਤ ਦਾ ਮੁਕਾਬਲਾ ਕਰ ਸਕਦੇ ਹਾਂ, ਸ਼ੈਤਾਨੀ ਸ਼ਕਤੀਆਂ ਦਾ ਮੁਕਾਬਲਾ ਕਰ ਸਕਦੇ ਹਾਂ, ਵੈਰੀ ਔਰ ਵਿਰੋਧੀ ਦੀ ਤਾਕਤ ਦਾ ਮੁਕਾਬਲਾ ਕਰ ਸਕਦੇ ਹਾਂ, ਔਰ ਆਪਣੇ ਆਤਮਿਕ ਜੀਵਨ 'ਚ ਅੱਗੇ ਵਧ ਸਕਦੇ ਹਾਂ। ਕਿਉਂਕਿ ਜਿਸ ਤਰ੍ਹਾਂ ਅਸੀਂ ਆਤਮਿਕ ਜੀਵਨ ਦੇ ਅੱਗੇ ਵਧਣਾ ਸ਼ੁਰੂ ਕਰਦੇ ਹਾਂ, ਸ਼ੈਤਾਨ ਦੀ ਕੋਸ਼ਿਸ਼ ਹੁੰਦੀ ਹੈ ਕਿ ਪਰਮੇਸ਼ਰ ਦੇ ਲੋਕਾਂ ਨੂੰ ਆਤਮਿਕ ਜੀਵਨ ਦੇ ਵਿੱਚੋਂ ਹਟਾਣਾ, ਗਿਰਾਣਾ। ਸ਼ੈਤਾਨ ਦਾ ਇੱਕੋ ਮਕਸਦ ਹੈ, ਬੰਦਗੀ ਕਰਨ ਵਾਲੇ ਲੋਕਾਂ ਨੂੰ ਬੰਦਗੀ ਤੋਂ ਹਟਾਣਾ। ਅਯੂਬ ਉਹਦੇ ਵਾਸਤੇ ਐਗਜ਼ਾਮਪਲ ਹੈ। ਅਯੂਬ ਦੇ ਉੱਤੇ ਨੇ ਕਿੰਨਾ ਜ਼ੋਰ ਮਾਰਿਆ ਸ਼ੈਤਾਨ ਨੇ, ਕਿੰਨੀਆਂ ਉਹਦੇ ਜੀਵਨ ਦੇ ਚੌਕੜਾਂ ਲੈਂਦੀਆਂ, ਕਿੰਨੀਆਂ ਕਠਿਨਾਈਆਂ ਲਿਆਂਦੀਆਂ, ਲੇਕਿਨ ਅਯੂਬ ਕਿਉਂ ਨਹੀਂ ਗਿਰਿਆ?
अदन के बगीचे च आदम गिर गया, लेकिन अयूब क्यों नहीं गिरया? अयूब ने प्रार्थना करके आत्मिक बल प्राप्त किया सी, उहदे अंदर आत्मिक बल सी, इस करके शैतान दे सारे हमलियां दे सारे शैतान दे जिन्नी भी योजना सी उन्हां सारियां नूं हरा के अयूब ने शैतान दी सारी ताकत उत्ते फतेह पा लई। हालेलुया, हालेलुया। ओहदा आत्मिक बल सी। उस तरह जिस तरह अयूब ने आत्मिक बल दे नाल शैतान नूं हराया, उस तरह हर विश्वासी नूं प्रभु यीशु मसीह दे कोल चरनां ते बैठ के आत्मिक बल पा के नवां बल प्राप्त करने की लोड़ है, ताकि असीं अयूब की तरह फतेहमंद हो सकिए। अयूब के अंदर आदम के अंदर यही फर्क सीगा। आदम ते हमला किया शैतान ने और आदम गिर गया, लेकिन अयूब जिहड़ा सीगा ओहदी एग्जांपल इस करके दी जाती है, परमेश्वर की बाणी दे जगह जगह एग्जांपल आदी कि अयूब जिहड़ा सीगा उत्ते शैतान ने अपना पूरा जोर लगा लिया, जिन्ना जोर उहदे कोल ऐसी शैतान ने सारा जोर लगाता, लेकिन अयूब जिहड़ा सीगा ओहदे अंदर इन्नी आत्मिक शक्ति सी, इन्ना आत्मिक बल सी कि उन्होंने बंदगी तो नहीं हटा सकिया। और अयूब का जमाना चला गया, अयूब का टाइम चला गया, हुण मेरी और तुहाडी वारी है, असीं हुण परमेश्वर की बंदगी च लगे हैं। हुण शैतान जिहड़ा सानूं बंदगी तो हटाउण वास्ते अनेकां यतन करेगा, अनेकां साडे जीवन दे विच अपणियां कोशिशां करेगा, ਉਹਦੇ वास्ते कई तरीके नाल तंग परेशान करने दे वास्ते शैतान कोशिश करदा है, ताकि तुसीं अक के थक के परमेश्वर की बंदगी तो पिछे हट जाओ। बस शैतान की यही कोशिश है। ਉਹਦੇ वास्ते परमेश्वर की बाणी च लिखिआ ਜਿਹੜੇ यहोवा ਨੂੰ ਉਡੀਕਣ वाले है ਉਹ ਨਵੇਂ ਸਿਰੋਂ ਬਲ ਪਾਲਣਗੇ। जिस तरह साडी आत्मिक शक्ति घटेगी, जिन्ना ज्यादा तुसीं प्रार्थना करोगे, जिन्ना ज्यादा तुसीं बाणी पढ़ोगे, जिन्ना ज्यादा बाणी सुनोगे, ਉਹਦੇ ਨਾਲ ਤੁਹਾਡੀ आत्मिक बल ਜਿਹੜਾ आत्मिक ताकत ਵਧੇगी, और शैतान जिन्नी मर्जी कोशिश कर सके वो ਤੁਹਾਨੂੰ बंदगी तो हटा नहीं सकेगा, बंदगी तो गिरा नहीं सकेगा। हालेलुया। और बाणी च लिखिआ कि ਜਿਹੜੇ ਯਹੋਵਾ ਦੇ ਉਡੀਕਣ ਵਾਲੇ ਉਕਾਬਾਂ ਵਾਂਗ ਉੱਡਣਗੇ। उकाब ही किहो जिहा पंछी है, सारे पंछियों तो ज्यादा उच्चा आसमान दे च उड़दा है। हालेलुया। बाकी पंछियों के अंदर नहीं ताकत नहीं होंदी इन्ना उच्चा उड़न दी, लेकिन उकाब के वास्ते, धर्मी लोगों के वास्ते परमेश्वर ने अपने बंदगी करने वाले लोगों के वास्ते, अपने भगत लोगों वास्ते उन्हें उकाब के एग्जाम्पल दी है। उकाब क्यों क्या उन्होंने? उकाब जिहड़ा वा ये बड़े 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 तूफानों के विच भी उड़दा उड़दा उच्चा आसमान ते चला जाता है। और बहुत लोगों ने रिसर्च की है कि उकाब इतना उच्चा क्यों उड़ता है, और बड़े लोगों ने खोज करके पता किया उकाब के उच्चा उड़न का राज एक होंदा है, वो उकाब जिहड़ा उधर नूं उड़दा जिधरों उहदे विरोधी हवा आंदी है। उस तो विरोधी हवा आंदी है तो की करदी है, उकाब नूं टक्कर मारदी है, और उकाब जिहड़ा उहदे नाल टक्कर दे नाल होर उच्चा उड़ जांदा है। इस तरह परमेश्वर दे लोकां दे खिलाफ शैतान अपनियां टक्करां मारदा है, तब कई लोग जिहड़े ने जिहड़े विश्वास कमजोर आ, डोल जांदे, घबरा जांदे है, शैतान दे हमलिਆਂ ਦੇ सामने खड़े नहीं रह पंदे, रह पंदे। लेकिन जदों तुसीं शैतान दे हमलिਆਂ ਦੇ सामने खड़े होगे, स्टैंड होगे, ਉਹਦੇ उस वेले तुसीं डरना नहीं, घबराना नहीं, क्योंकि परमेश्वर ने जिहड़ा तुहानूं बल दिता, ताकत दिती है, उन्हां हमलिਆਂ ਦੇ ਨਾਲ ਤੁਹਾਡਾ नुकसान कोई नहीं होएगा। वो जिन्नियां ज्यादा शैतान टक्करां मारेगा वो ਤੁਹਾਡੇ आत्मिक उत्थान वास्ते है, वो ਤੁਹਾਡੀ आत्मिक तरक्की दे वास्ते है। हालेलुया। शैतान जदों साडे जीवन दे विच औकड़ां लिआंदा, परेशानियां लिआंदा, कठिनाइयां लिआंदा, वो शैतान दीयां औकड़ां, परेशानियां, कठिनाइयां जिहड़ियां ने साडे आत्मिक जीवन नूं होर उच्चा चुकदियां ने। उकाब इस तरीके नाल उच्चा जांदा है। और बाणी च लिखिया गया है कि शैतान ने अपनी कोशिश करते रहना है, वैरी ने अपनी कोशिश करते रहना, विरोधी ने अपनी कोशिश करनी है, लेकिन परमेश्वर दे लोकां ने घबराना नहीं है, डरना नहीं है। परमेश्वर दे कोलों नवां बल पाना, नवीं ताकत पानी है। इस नवे साल दे तुसीं ज्यादा तो ज्यादा प्रार्थना करनी कि परमेश्वर बीते सालों दे तुसीं साडी मदद कीती, बीते सालों दे संभालिया, तुसीं हुण तक बंदगी च कायम है। इसदा मतलब की है कि परमेश्वर ने तुहाडे अंदर आत्मिक बल दिता है। हालेलुया। पिछले साल दे भी शैतान ने कोशिश की होगी तुहानूं बंदगी तो हटाउण दी, बंदगी तो गिराउण दी शैतान ने कोशिश की, लेकिन शैतान पिछले साल च हार गया, तुसीं जित गए। हालेलुया। शैतान हारिया दुश्मन है। शैतान नूं यीशु मसीह ने सब तो पहला हराया, उसके बाद शैतान जिहड़ा परमेश्वर के लोगों को भी बार बार हारता रहा। अयूब को भी शैतान हार गया, और शैतान जिहड़ा वा हारिया दुश्मन है, लेकिन अपनी कोशिश जारी रखता है। तो पिछले साल दे विच शैतान ने पिछले सालों दे विच कई बार कोशिश की तुहानूं परमेश्वर की बंदगी तो हटाउण दी, परमेश्वर की आराधना तो हटाउण दी,
ਲੇਕਿਨ ਤੁਸੀਂ ਹੁਣ ਤੱਕ ਸਟੈਂਡ, ਇਹਦਾ ਮਤਲਬ ਕੀ ਹੈ ਕਿ ਪਰਮੇਸ਼ਰ ਨੇ ਤੁਹਾਨੂੰ ਫਤਿਹ ਦਿੱਤੀ ਹੈ, ਪਰਮੇਸ਼ਰ ਨੇ ਤੁਹਾਨੂੰ ਜਿੱਤ ਦਿੱਤੀ ਹੈ, ਤੁਸੀਂ ਜਿੱਤ ਕੇ ਸ਼ੈਤਾਨ ਹਾਰ ਗਿਆ। ਇਸ ਤਾਂ ਆਉਣ ਵਾਲੇ ਸਾਲ ਦੇ ਵਿੱਚ ਵੀ ਅਸੀਂ ਕੀ ਕਰਨਾ ਹੈ, ਅਸੀਂ ਪਰਮੇਸ਼ਰ ਦੇ ਕੋਲੋਂ ਨਵਾਂ ਬਲ ਪਾਣਾ, ਨਵੀਂ ਤਾਕਤ ਪਾਣੀ ਹੈ, ਨਵੀਂ ਸ਼ਕਤੀ ਪਾਣੀ ਹੈ। ਉਹਦੇ ਨਾਲ ਆਪਾਂ ਸ਼ੈਤਾਨ ਨੂੰ, ਸ਼ੈਤਾਨੀਆਂ ਸ਼ਕਤੀਆਂ ਨੂੰ ਆਪਾਂ ਹਰਾਣਾ, ਕਿਉਂਕਿ ਤੁਸੀਂ ਸਵਰਗ ਦੀ ਯਾਤਰਾ ਕਰ ਰਹੇ ਹੋ। ਜਿਸ ਤਰ੍ਹਾਂ ਇਸਰਾਇਲੀ ਲੋਕ ਮਿਸਰ ਦੀ ਗੁਲਾਮੀ ਤੋਂ ਨਿਕਲੇ, ਉਹਨਾਂ ਦਾ ਟਾਰਗੇਟ ਸੀ ਕਨਾਨ ਜਾਣਾ। ਹੁਣ ਕਨਾਨ ਦੇ ਵਿੱਚ ਪਹੁੰਚਣਾ ਇੰਨਾ ਆਸਾਨ ਨਹੀਂ ਸੀ। ਰਸਤੇ ਦੇ ਵਿੱਚ ਕਈ ਰਾਜਾ ਮਹਾਰਾਜਾ ਨੇ ਆ ਕੇ ਉਹਨਾਂ ਦਾ ਰਸਤਾ ਰੋਕਣ ਦੀ ਕੋਸ਼ਿਸ਼ ਕੀਤੀ, ਲੇਕਿਨ ਪਰਮੇਸ਼ਰ ਉਹਨਾਂ ਦੇ ਨਾਲ ਸੀ। ਪਰਮੇਸ਼ਰ ਉਹਨਾਂ ਨੂੰ ਫਤਿਹ ਦੇ ਰਿਹਾ ਸੀ, ਪਰਮੇਸ਼ਰ ਉਹਨਾਂ ਨੂੰ ਬਲ ਦੇ ਰਿਹਾ ਸੀਗਾ, ਪਰਮੇਸ਼ਰ ਦੀ ਤਾਕਤ ਨਾਲ ਫਤਿਹਮੰਦ ਹੁੰਦੇ ਜਾ ਰਹੇ ਸੀ। ਤਾਂ ਜਿਹੜੇ ਰਾਜੇ ਹਾਰ ਜਾਂਦੇ ਸੀ, ਚੱਲ ਜਾਂਦੇ ਸੀ, ਫਿਰ ਅੱਗੇ ਵਧਦੇ ਸੀ, ਫਿਰ ਹੋਰ ਰਾਜੇ ਉਹਨਾਂ ਨੂੰ ਹਰਾਉਣ ਵਾਸਤੇ ਆਉਂਦੇ ਸੀ। ਇਸ ਤਰ੍ਹਾਂ ਸ਼ੈਤਾਨ ਦੀਆਂ ਜਿਹੜੀਆਂ ਫੌਜਾਂ ਨੇ ਇਹ ਬਾਰ-ਬਾਰ ਤੁਹਾਡੇ ਰਸਤੇ ਨੂੰ ਰੋਕਣ ਦੀ ਕੋਸ਼ਿਸ਼ ਕਰਨੀ ਹੈ, ਕਿਉਂਕਿ ਆਪਾਂ ਸਵਰਗੀ ਯਾਤਰਾ ਕਰ ਰਹੇ ਹਾਂ। ਹਾਲੇਲੂਇਆ। ਅਸੀਂ ਸਵਰਗੀ ਕਨਾਨ ਨੂੰ ਜਾ ਰਹੇ ਹਾਂ, ਔਰ ਇਸ ਸਵਰਗੀ ਕਨਾਨ ਦੀ ਯਾਤਰਾ ਦੇ ਵਿੱਚ ਸ਼ੈਤਾਨ ਨੇ ਸਾਡੇ ਰਸਤੇ ਦੇ ਅੱਗੇ ਅਨੇਕ ਪ੍ਰਕਾਰ ਦੀਆਂ ਕਠਿਨਾਈਆਂ ਲਿਆਣੀਆਂ ਨੇ, ਰੁਕਾਵਟਾਂ ਖੜੀਆਂ ਕਰਨੀਆਂ ਨੇ। ਪਰ ਅਸੀਂ ਕੀ ਕਰਨਾ ਵਾ, ਪਰਮੇਸ਼ਰ ਦੀ ਤਾਕਤ ਦੇ ਨਾਲ ਉਹਨਾਂ ਰੁਕਾਵਟਾਂ ਦੇ ਉੱਤੇ ਫਤਿਹ ਪਾਣੀ ਹੈ। ਉਹਨਾਂ ਰੁਕਾਵਟਾਂ ਨੂੰ ਅਸੀਂ ਹਰਾ ਕੇ, ਉਹਨਾਂ ਰੁਕਾਵਟਾਂ ਨੂੰ ਪਰੇ ਕਰਕੇ ਆਪਾਂ ਸਵਰਗੀ ਰਸਤੇ ਉੱਤੇ ਅੱਗੇ ਵਧਣਾ ਔਰ ਉਸ ਕਨਾਨ ਤੱਕ ਪਹੁੰਚਣਾ। ਇਸ ਸਵਰਗੀ ਕਨਾਨ ਦੇ ਸਫ਼ਰ ਜਿਹੜਾ ਹੈ ਆਸਾਨ ਨਹੀਂ ਹੈ। ਇਸਰਾਇਲੀ ਲੋਕਾਂ ਵਾਸਤੇ ਕਨਾਨ ਦੀ ਯਾਤਰਾ ਜਿਹੜੀ ਆਸਾਨ ਨਹੀਂ ਸੀਗੀ, ਉਹ ਕਠਿਨ ਯਾਤਰਾ ਸੀ, ਜਿਹਨੂੰ ਯਿਸੂ ਮਸੀਹ ਨੇ ਕਿਹਾ ਵਾ ਤੰਗ ਬੂਹੇ ਰਾਹੀਂ ਪ੍ਰਵੇਸ਼ ਕਰਨ ਦੀ ਕੋਸ਼ਿਸ਼। ਉਹਨਾਂ ਨੇ ਕਿਹਾ ਸਵਰਗ ਦਾ ਰਸਤਾ ਜਿਹੜਾ ਹੈ ਇਹ ਤੰਗ ਰਸਤਾ ਕਿਉਂ ਕਿਹਾ ਗਿਆ, ਕਿਉਂਕਿ ਸਵਰਗ ਦਾ ਰਸਤਾ ਜਿਹੜਾ ਇਹਨੂੰ ਕਠਿਨਾਈਆਂ ਵਾਲਾ, ਔਕੜਾਂ ਵਾਲਾ, ਮੁਸੀਬਤਾਂ ਵਾਲਾ, ਪਰੇਸ਼ਾਨੀਆਂ ਵਾਲਾ ਰਸਤਾ ਕਿਹਾ ਗਿਆ। ਤਾਂ ਜਿਹੜਾ ਸਫ਼ਰ ਮੈਂ ਔਰ ਤੁਸੀਂ ਸ਼ੁਰੂ ਕੀਤਾ, ਜਿਹੜੀ ਯਾਤਰਾ ਤੇ ਅਸੀਂ ਚੱਲੇ ਆ, ਇਹ ਸਵਰਗ ਦੀ ਯਾਤਰਾ ਹੈ, ਸਵਰਗੀ ਕਨਾਨ ਦੀ ਯਾਤਰਾ ਹੈ। ਇਹ ਸਫ਼ਰ ਆਸਾਨ ਨਹੀਂ ਹੈ। ਇਹਦੇ ਸਫ਼ਰ ਦੇ ਵਿੱਚ ਸ਼ੈਤਾਨ ਨੇ, ਸ਼ੈਤਾਨ ਦੀਆਂ ਫੌਜਾਂ ਨੇ ਸਾਡੇ ਰਾਹ ਦੇ ਵਿੱਚ ਰੋੜੇ ਟਿਕਾਣੇ ਨੇ, ਰੁਕਾਵਟਾਂ ਖੜੀਆਂ ਕਰਨੀਆਂ ਨੇ, ਤੇ ਉਹਦੇ ਵਾਸਤੇ ਸਾਨੂੰ ਰੋਕਣ ਦੀ ਉਹਨੇ ਪੂਰੀ ਕੋਸ਼ਿਸ਼ ਕਰਨੀ ਹੈ। ਲੇਕਿਨ ਜਿਸ ਤਰ੍ਹਾਂ ਇਸਰਾਇਲੀ ਲੋਕ ਜਿਹੜੇ ਸੀ, ਉਹਨਾਂ ਨੂੰ ਪਰਮੇਸ਼ਰ ਨੇ ਨਵਾਂ ਤਾਕਤ, ਨਵੀਂ ਬਲ ਦਿੱਤਾ, ਜਿਹਦੇ ਨਾਲ ਉਹਨਾਂ ਨੇ ਉਹਨਾਂ ਰਾਜਿਆਂ ਨੂੰ ਹਰਾ ਕੇ ਉਹ ਆਪਣੀ ਮੰਜ਼ਿਲ ਤੇ ਪਹੁੰਚ ਗਏ, ਉਹ ਕਨਾਨ ਤੱਕ ਪਹੁੰਚ ਗਏ। ਇਸ ਤਰ੍ਹਾਂ ਮੈਂ ਔਰ ਤੁਸੀਂ ਪਰਮੇਸ਼ਰ ਦੀ ਤਾਕਤ ਦੇ ਨਾਲ ਸ਼ੈਤਾਨ ਨੂੰ, ਉਹਦੀਆਂ ਰੁਕਾਵਟਾਂ ਨੂੰ ਦੂਰ ਕਰਕੇ ਅਸੀਂ ਪਰਮੇਸ਼ਰ ਦੇ ਉਸ ਸਵਰਗ ਤੱਕ ਪਹੁੰਚਣਾ ਹੈ ਜਿਹੜਾ ਪਰਮੇਸ਼ਰ ਨੇ ਸਾਡੇ ਵਾਸਤੇ ਤਿਆਰ ਕੀਤਾ। ਹਾਲੇਲੂਇਆ। ਸੋ ਇਸ ਨਵੇਂ ਸਾਲ ਨੂੰ ਆਪਾਂ ਪ੍ਰਾਰਥਨਾ ਨਾਲ ਸ਼ੁਰੂ ਕਰਨਾ ਹੈ, ਔਰ ਪ੍ਰਾਰਥਨਾ ਦੇ ਵਿੱਚ ਪਰਮੇਸ਼ਰ ਦੇ ਕੋਲੋਂ ਨਵਾਂ ਬਲ ਮੰਗਣਾ ਹੈ। ਪਰਮੇਸ਼ਰ ਨੂੰ ਕਹਿਣਾ ਕਿ ਪਰਮੇਸ਼ਰ, ਜਿਸ ਤਰ੍ਹਾਂ ਬੀਤੇ ਸਮੇਂ ਦੇ ਵਿੱਚ, ਬੀਤੇ ਸਾਲਾਂ ਦੇ ਵਿੱਚ ਤੁਸੀਂ ਸਾਨੂੰ ਤਾਕਤ ਦਿੱਤੀ, ਸਾਨੂੰ ਹਿੰਮਤ ਦਿੱਤੀ, ਸਾਨੂੰ ਦਲੇਰੀ ਦਿੱਤੀ, ਇਸ ਤਰ੍ਹਾਂ ਨਵੇਂ ਸਾਲ ਦੇ ਤੁਸੀਂ ਸਾਨੂੰ ਤਾਕਤ ਦਿਓ, ਸਾਨੂੰ ਹਿੰਮਤ ਦਿਓ, ਸਾਨੂੰ ਦਲੇਰੀ ਦਿਓ, ਔਰ ਸਾਨੂੰ ਨਵਾਂ ਬਲ ਬਖਸ਼ੋ, ਤਾਂ ਕਿ ਅਸੀਂ तमाम रुकावटां दूर करके सारियां औकड़ां नूं, कठिनाइयां दे उत्ते फतेह पा के असीं तुहाडे स्वर्ग दे वास्ते पूरी तरह तैयार पाई जाइए। परमेश्वर दी बाणी च लिखिया है, यहोवा दे उडीकण वाले नवें सिरों बल पाणगे, ਉਹ ਕਾਬਾਂ ਦੀ ਤਰ੍ਹਾਂ ਉੱਡਣਗੇ। ਪਰਮੇਸ਼ਰ ਉਹਨਾਂ ਨੂੰ ਬਲ ਦੇਗਾ, ਉਹਨਾਂ ਨੂੰ ਤਾਕਤ ਦੇਗਾ। ਸੋ ਇਸ ਨਵੇਂ ਸਾਲ ਦੇ ਵਿੱਚ ਤੁਸੀਂ ਪ੍ਰਾਰਥਨਾ ਕਰਨੀ ਹੈ ਪਰਮੇਸ਼ਰ ਦੇ ਕੋਲੋਂ ਆਉਣ ਵਾਲੇ ਸਾਲ ਦੇ ਵਾਸਤੇ, ਜਿਹੜੀਆਂ ਸਾਡੇ ਜੀਵਨ ਦੇ ਵਿੱਚ ਔਕੜਾਂ ਆਉਣ ਵਾਲੀਆਂ ਨੇ, ਕਠਿਨਾਈਆਂ ਆਉਣ ਵਾਲੀਆਂ ਨੇ, ਜਿਹੜੀਆਂ ਸ਼ੈਤਾਨ ਦੀਆਂ ਰੁਕਾਵਟਾਂ ਆਉਣ ਵਾਲੀਆਂ ਨੇ, ਸ਼ੈਤਾਨ ਦੀਆਂ ਵਿਰੋਧੀ ਦੀਆਂ ਸ਼ਕਤੀਆਂ ਸਾਨੂੰ ਰੋਕਣ ਵਾਸਤੇ ਤਿਆਰ ਨੇ, ਉਹਨਾਂ ਦਾ ਮੁਕਾਬਲਾ ਕਰਨ ਵਾਸਤੇ ਤੇ ਉਹਨਾਂ ਤੇ ਫਤਿਹ ਪਾਉਣ ਵਾਸਤੇ ਤੁਸੀਂ ਪਰਮੇਸ਼ਰ ਦੇ ਕੋਲੋਂ ਤਾਕਤ ਮੰਗਣੀ ਹੈ, ਸ਼ਕਤੀ ਮੰਗਣੀ ਹੈ। ਉਹ ਪਰਮੇਸ਼ਰ ਤਾਕਤ ਦੇਗਾ ਜਿਹਨੇ ਵਾਅਦਾ ਕੀਤਾ ਹੈ, ਜਿਹਨੇ ਤੁਹਾਡੇ ਨਾਲ ਇਕਰਾਰ ਕੀਤਾ ਹੈ, ਜਿਸਨੇ ਤੁਹਾਨੂੰ ਆਪਣੇ ਸਵਰਗੀ ਰਾਜ ਵਾਸਤੇ ਤਿਆਰ ਕੀਤਾ। ਉਹ ਨਾਲ ਦੀ ਨਾਲ ਹੀ ਤੁਹਾਨੂੰ ਤਾਕਤ ਵੀ ਬਖਸ਼ੇਗਾ ਔਰ ਵੈਰੀ ਵਿਰੋਧੀ ਦੀ ਤਾਕਤ ਦੇ ਉੱਤੇ ਤੁਹਾਨੂੰ ਫਤਿਹ ਵੀ ਬਖਸ਼ੇਗਾ, तमाम रुकावटां दूर करेगा और ਤੁਹਾਨੂੰ ਮੰਜ਼ਿਲ ਦੇ ਉੱਤੇ ਪਹੁੰਚਣ ਦੇ ਵਾਸਤੇ ਪਰਮੇਸ਼ਰ ਸਾਥ ਦੇਗਾ। ਇਹ ਪਰਮੇਸ਼ਰ ਦੀ ਬਾਣੀ 'ਚ ਲਿਖਿਆ ਹੈ। ਹਾਲੇਲੂਇਆ ਹਾਲੇਲੂਇਆ। ਸੋ ਤੁਸੀਂ ਪ੍ਰਾਰਥਨਾ ਨਾਲ ਸਾਲ ਸ਼ੁਰੂ ਕਰ ਰਹੇ ਹਾਂ। ਅੱਜ ਦੀ ਪ੍ਰਾਰਥਨਾ ਸਭਾ ਦੇ ਵਿੱਚ ਮੇਰੀ ਇਹ ਕਾਮਨਾ ਹੈ, ਮੇਰੀ ਇਹ ਪ੍ਰਾਰਥਨਾ ਹੈ ਕਿ ਜਿਸ ਤਰ੍ਹਾਂ ਬੀਤੇ ਸਾਲਾਂ ਦੇ ਵਿੱਚ, ਬੀਤੇ ਸਮੇਂ ਦੇ ਵਿੱਚ, ਬੀਤੇ ਸਾਲ ਦੇ ਵਿੱਚ ਪਰਮੇਸ਼ਰ ਨੇ ਤੁਹਾਡੀ हिफाजत की, परमेश्वर ने तुहाडी संभाल की, परमेश्वर ने तुहाडी राखी की और तुहाडी आत्मिक जीवन दे उन्हें बल बख्शा। मेरी ये प्रार्थना है, मेरी ये कामना है कि परमेश्वर तुहानू इसे तरह आत्मिक जीवन दे अगे वधाए और तुसीं परमेश्वर की बंदगी करके आत्मिक बल पा के परमेश्वर के स्वर्ग दे राज वास्ते पूरी तरह तैयार पाए जाओ।